ਦੂਜੇ ਅਤੇ ਤੀਜੇ ਸੈਗਮੈਂਟ ਦੇ ਵਿੱਚ ਵੱਖ-ਵੱਖ ਟੌਪਿਕਸ 'ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਰੀ ਤੋਂ ਜੁੜ ਰਹੇ ਨੇ ਮੀਰਾ ਗਿੱਲ ਜੀ ਮੀਰਾ ਗਿੱਲ ਜੀ, ਸਵਾਗਤ ਹੈ ਆਪ ਜੀ ਦਾ। ਜੀ ਬਹੁਤ ਮਿਹਰਬਾਨੀ। ਤੁਹਾਡੇ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰਾ ਸਤਿਕਾਰ। ਮੀਰਾ ਗਿੱਲ ਜੀ, ਅੱਜ ਤੁਹਾਡੇ ਨਾਲ ਅਸੀਂ ਔਰਤਾਂ ਅਤੇ ਸਿਆਸਤ ਇਸ ਦੇ ਬਾਰੇ ਵਿਚਾਰ ਚਰਚਾ ਕਰਨਾ ਚਾਹਾਂਗੇ। ਇਸ 'ਤੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਔਰਤਾਂ ਪੋਲੀਟਿਕਸ ਨੂੰ ਇੰਨਾ ਪਸੰਦ ਨਹੀਂ ਕਰਦੀਆਂ ਜਿੰਨਾ ਕਿ ਮਰਦ ਪਸੰਦ ਕਰਦੇ ਨੇ, ਅਤੇ ਫਿਰ ਦੂਜੇ ਪਾਸੇ ਗੱਲ ਚੱਲ ਰਹੀ ਹੈ ਕਿ ਇਹਨਾਂ ਦੀ ਬਰਾਬਰ ਨੁਮਾਇੰਦਗੀ ਹੋਣੀ ਚਾਹੀਦੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਜੀ ਮੈਂ ਜਿਹੜੇ ਤੁਹਾਡੇ ਦੇਖਣ ਸੁਣਨ ਵਾਲੇ ਆ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ 1820 ਤੋਂ ਲੈ ਕੇ 1920 ਤੱਕ 100 ਸਾਲਾਂ ਦਾ ਸਫ਼ਰ ਔਰਤ ਨੇ ਬਹੁਤ ਔਖੇ ਹੋ ਕੇ ਕੱਟਿਆ ਸਾਰੇ ਗਲੋਬ ਦੇ ਵਿੱਚ। ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਦੇ ਵਿੱਚ ਹਰ ਥਾਂ ਤੇ ਜਦੋਂ ਵਰਲਡ ਵਾਰ 1 ਤੱਕ ਆਪਾਂ ਪਹੁੰਚਦੇ ਹਾਂ ਤੇ ਉਹ ਇੱਕ ਪੂਰੇ 100 ਸਾਲ ਦੇ ਸਫ਼ਰ ਤੱਕ ਉਹਨੇ ਪੋਲੀਟੀਕਲ ਸਟਰਗਲ ਕੀਤੀ ਕਿ ਉਸਨੂੰ ਵੋਟ ਦਾ ਹੱਕ ਮਿਲੇ। ਜੇ ਉਹ 100 ਸਾਲ ਨਾ ਲੜੀ ਹੁੰਦੀ ਔਰਤ ਆਪਣੇ ਹੱਕ ਦੇ ਲਈ, ਪੋਲੀਟੀਕਲੀ ਅਵੇਅਰ ਨਾ ਹੁੰਦੀ, ਤਾਂ ਉਹ 100 ਸਾਲ ਦੀ ਸਟਰਗਲ ਨਹੀਂ ਸੀ ਹੋਣੀ। ਸੋ ਇਹ ਆਪਾਂ ਨੂੰ ਥੋੜਾ ਜਿਹਾ ਪਿੱਛੇ ਇਤਿਹਾਸ ਵੱਲ ਜਦੋਂ ਜਾਂਦੇ ਹਾਂ ਫਿਰ ਪਤਾ ਲੱਗਦਾ ਕਿ ਔਰਤਾਂ ਰਾਜਨੀਤੀ ਵੱਲ ਕਿੰਨੀਆਂ ਜ਼ਿਆਦਾ ਮੁਤਾਸਰ ਨੇ, ਕਿੰਨੀਆਂ ਜ਼ਿਆਦਾ ਇਨਵੋਲਵ ਰਹੀਆਂ, ਜਿਨ੍ਹਾਂ ਕਰਕੇ ਅੱਜ ਅਸੀਂ ਆਰਾਮ ਨਾਲ ਬੈਠ ਕੇ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ। ਉਹਦੇ ਪਿੱਛੇ ਬਹੁਤ ਵੱਡੀ ਸਟਰਗਲ ਔਰਤਾਂ ਨੇ ਕੀਤੀ ਹੈ। ਪਰ ਅਕਸਰ ਵੇਖਿਆ ਗਿਆ ਤੇ ਦੁਨੀਆ ਦੇ ਕਿਸੇ ਵੀ ਦੇਸ਼ ਵੱਲ ਨਜ਼ਰ ਮਾਰੀਏ, ਜਿਹੜੇ ਮਰਦ ਨੇ ਉਹ ਲੀਡ ਕਰ ਰਹੇ ਨੇ, ਸਰਕਾਰਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਚਲਾ ਰਹੇ ਨੇ, ਤੇ ਇਸ ਤਬਦੀਲੀ ਦੀ ਫਿਰ ਕੀ ਲੋੜ ਹੈ? ਨਹੀਂ, ਮੈਂ ਦੱਸਦੀ ਹਾਂ ਜੀ, ਕਿਉਂਕਿ ਆਪਾਂ ਜੇ ਹੁਣ ਪਿੱਛੇ ਇਤਿਹਾਸ ਕਰਨ ਲਈ ਜਾਈਏ ਨਾ, ਤੇ ਜਿਹੜੀ ਪਹਿਲੀ ਵਰਲਡ ਵਾਰ ਸੀ, ਇਕੱਲੀ ਵਰਲਡ ਵਾਰ ਪਹਿਲੀ ਦੇ ਵਿੱਚ 20 ਮਿਲੀਅਨ ਲੋਕ ਮਰੇ। ਜਦੋਂ ਆਹ ਪਿਛਲਾ ਸਪੈਨਿਸ਼ ਫਲੂ ਆਇਆ ਨਾ ਤਾਂ ਉਹਦੇ ਵਿੱਚ 50 ਤੋਂ 100 ਮਿਲੀਅਨ ਲੋਕ ਜਿਹੜੇ ਮਰੇ। ਜਿਹੜੇ ਜੈਨੋਸਾਈਡ ਦੇ ਵਿੱਚ ਮਿਲੇ ਉਹ ਹਜ਼ਾਰਾਂ ਜਿੰਨੇ ਮਿਲੀਅਨ ਆ, ਉਹਨਾਂ ਦਾ ਆਪਾਂ ਨੂੰ ਕੋਈ ਲੇਖਾ ਜੋਖਾ ਵੀ ਨਹੀਂ। ਤੇ ਇਹ ਸਾਰੇ ਜਿਹੜੇ ਨੇ ਮੈਨ ਦੀ ਲੀਡਰਸ਼ਿਪ ਦੇ ਵਿੱਚ ਹੋਏ। ਸੋ ਜੇ ਆਪਾਂ ਸੋਚਦੇ ਹਾਂ ਕਿ ਆਦਮੀ ਦੀ ਲੀਡਰਸ਼ਿਪ ਇੰਨੀ ਬਿਹਤਰ ਆ ਤਾਂ ਆਪਾਂ ਇੰਨੇ ਹਜ਼ਾਰਾਂ ਕਰੋੜਾਂ ਲੋਕ ਮਰਵਾ ਲਏ, ਤਾਂ ਕੀ ਇਹ ਨਹੀਂ ਸੋਚ ਆਉਂਦੀ ਆਪਣੇ ਦਿਮਾਗ ਦੇ ਵਿੱਚ ਕਿ ਸ਼ਾਇਦ ਇਸ ਦੇ ਵਿੱਚ ਜੇ ਔਰਤ ਦੀ ਸ਼ਮੂਲੀਅਤ ਕਰੀਏ ਤਾਂ ਆਪਾਂ ਸਮਾਜ ਨੂੰ ਬਿਹਤਰ ਜਿਹੜਾ ਰਾਹ ਦਿਖਾ ਸਕਦੇ ਹਾਂ। ਜੇ 1920 ਤੱਕ ਵੀ ਗੱਲ ਕਰੀਏ, 7 ਸਾਲ ਦਾ ਬੱਚਾ ਜਿਹੜਾ ਸੀਗਾ ਉਹ ਲੇਬਰ ਕਰਦਾ ਸੀ। ਇਹ ਅਮਰੀਕਾ ਕੈਨੇਡਾ ਦੀ ਗੱਲ ਕਰ ਰਹੇ ਹਾਂ, ਤੁਸੀਂ ਇੰਡੀਆ ਦੀ ਤਾਂ ਗੱਲ ਛੱਡੋ। ਸੋ 1920 ਤੱਕ, 1920 ਤੋਂ ਬਾਅਦ ਜਦੋਂ ਔਰਤਾਂ ਨੂੰ ਇੱਥੇ ਹੱਕ ਮਿਲੇ, ਉਸ ਤੋਂ ਬਾਅਦ ਇੰਨੀ ਪ੍ਰੋਗਰੈਸਿਵ ਜਿਹੜੀ ਆਪਣੀ ਸੁਸਾਇਟੀ ਬਣੀ ਹੈ ਉਹ ਇਸ ਕਰਕੇ ਹੈ ਕਿ ਔਰਤ ਦੀ ਉਹਦੇ ਵਿੱਚ ਸ਼ਮੂਲੀਅਤ ਹੋਈ। ਉਸਨੇ ਔਰਤ ਦੇ ਹੱਕਾਂ ਬਾਰੇ, ਜੋ ਕਿ ਸੈਕਸ਼ੂਅਲ ਅਬਿਊਜ਼ ਉੱਥੇ ਹੁੰਦਾ ਸੀ, ਫਿਜ਼ੀਕਲ ਅਬਿਊਜ਼ ਹੁੰਦਾ ਸੀ, ਉਹਨੂੰ ਪੇ ਘੱਟ ਦਿੰਦੇ ਸੀ। ਇਹ 1920 ਦੀ ਗੱਲ ਕਰ ਰਹੇ ਹਾਂ, ਹਜੇ ਵੀ ਲੜਾਈ ਚੱਲ ਰਹੀ ਹੈ। ਪਰ ਕਿੰਨੇ ਬਿਹਤਰ ਜਿਹੜੇ ਲਾਜ਼ ਨੇ ਉਹ ਇਸ ਕਰਕੇ ਆਏ ਕਿਉਂਕਿ ਔਰਤ ਪੋਲੀਟਿਕਸ ਦੇ ਵਿੱਚ ਆਈ। ਤਾਂ ਇਸ ਕਰਕੇ ਜਿਸ ਤਰ੍ਹਾਂ ਕਿ ਹਰ ਘਰ ਤੇ ਸਮਾਜ ਬਿਹਤਰ ਤਾਂ ਚੱਲਦਾ ਜਿੱਥੇ ਔਰਤ ਤੇ ਮਰਦ ਦੋਨਾਂ ਦੀ ਬਰਾਬਰ ਦੀ ਪਾਰਟਿਸਿਪੇਸ਼ਨ ਆ, ਤਾਂ ਪੋਲੀਟਿਕਸ ਵੀ ਜਦੋਂ ਹੁੰਦੀ ਹੈ ਜਿਹੜੀ ਕਿ ਪਾਲਿਸੀਜ਼ ਬਣਾ ਰਹੀ ਹੈ, ਵਰਲਡ ਨੂੰ ਉਹਨੇ ਗਵਰਨ ਕਰਨਾ, ਸਿਟੀ ਨੂੰ ਤੁਸੀਂ ਇੱਕ ਫੈਡਰੇਸ਼ਨ ਨੂੰ, ਇੱਕ ਤੁਸੀਂ ਕੈਨੇਡਾ ਇੱਕ ਦੇਸ਼ ਨੂੰ ਕਰਨਾ ਲੀਡ, ਤਾਂ ਉਹਦੇ ਵਿੱਚ ਵੀ ਔਰਤ ਦੀ ਬਰਾਬਰ ਦੀ ਜੇ ਸ਼ਮੂਲੀਅਤ ਹੋਊਗੀ ਤਾਂ ਬਿਹਤਰ ਲਾਅ ਬਣਨਗੇ। ਹੁਣ ਗੱਲ ਚੱਲ ਹੀ ਪਈ ਹੈ। ਜਦੋਂ ਆਪਾਂ ਹੋਰ ਇਸ ਨੂੰ ਵਾਈਡਰ ਸਫੀਅਰ 'ਚ ਗੱਲ ਕਰਦੇ ਹਾਂ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਵਿਧਾਨ ਦੇ ਵਿੱਚ ਮਰਦ ਅਤੇ ਔਰਤ ਨੂੰ ਬਰਾਬਰ ਦਾ ਵੋਟ ਦੇਣ ਦਾ ਅਧਿਕਾਰ ਹੈ। ਪਰ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਾਂ ਨਜ਼ਰ ਮਾਰਦੇ ਹਾਂ, ਸਹਿਜੇ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ 70% ਦੇ ਲਗਭਗ ਮਰਦ ਨੇ ਅਤੇ 30% ਦੇ ਲਗਭਗ ਔਰਤਾਂ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਸੋ ਵਾਈ ਸੋ? ਹਾਂਜੀ, ਦੇਖੋ, ਆਪਾਂ ਜੇ ਰਿਐਲਿਟੀ ਸੋਚੀਏ ਕਿ 1920 ਦੇ ਵਿੱਚ ਆਪਣੇ ਕੈਨੇਡਾ ਦੇ ਵਿੱਚ ਵੀ ਪਹਿਲੀਆਂ ਜਿਹੜੀਆਂ ਗੋਰੀਆਂ ਔਰਤਾਂ ਸੀ ਉਹਨਾਂ ਨੂੰ ਵੀ ਵੋਟ ਪਾਉਣ ਦਾ ਹੱਕ ਜਿਹੜਾ ਮਿਲਿਆ ਉਦੋਂ 1947 ਤੋਂ 2 ਸਾਲ ਬਾਅਦ ਤੱਕ ਸਾਰੀਆਂ ਔਰਤਾਂ ਨੂੰ ਤੇ ਜੈਪਨੀਜ਼, ਸਾਊਥ ਏਸ਼ੀਅਨਸ, ਹਰ ਇੱਕ ਬੰਦੇ ਨੂੰ ਵੋਟ ਦਾ ਹੱਕ ਮਿਲਿਆ। ਸੋ ਔਰਤ ਨੂੰ ਮਿਲਿਆ ਨੂੰ ਹੱਕ ਮਿਲਿਆ ਹੀ ਹਜੇ ਜਿਹੜੇ ਤੁਹਾਨੂੰ ਕਹਿੰਦੇ ਸੀ 1950 ਦੇ ਵਿੱਚ ਮਿਲਿਆ। ਸੋ ਇਹ ਜਿਹੜੀ ਆਪਾਂ ਜਦੋਂ ਇਸ ਗੱਲ ਨੂੰ ਰਿਐਲਿਟੀ ਨੂੰ ਫੇਸ ਕਰਦੇ ਹਾਂ ਤਾਂ ਆਪਾਂ ਇਹ ਸੋਚੀਏ ਕਿ ਜੇ ਔਰਤ ਇਸ ਕੰਟਰੀ ਦੇ ਵਿੱਚ ਸੁਸਾਇਟੀ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਤਾਂ ਫਿਰ ਉਸਨੂੰ ਆਪਾਂ ਸੈਕਿੰਡ ਗ੍ਰੇਡ ਸਿਟੀਜ਼ਨ ਕਿਉਂ ਸਮਝਦੇ ਹਾਂ? ਇਹਦਾ ਮਤਲਬ ਜ਼ਰੂਰ ਕੋਈ ਨਾ ਕੋਈ ਬੈਰੀਅਰ ਹੈ। ਜਿਸਨੇ ਲੜ ਭਿੜ ਕੇ 1920 ਦੇ ਵਿੱਚ ਵੋਟਿੰਗ ਦਾ ਹੱਕ ਜਿਹੜਾ ਸੀ ਬਹੁਤੇ ਦੁਨੀਆ ਦੇ ਵਿੱਚ ਲੈ ਲਿਆ ਸੀ, ਅੱਜ ਤੱਕ ਵੀ ਜੇ 70 ਤੇ 30 ਹੈ, ਇਹਦਾ ਮਤਲਬ ਹਜੇ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।
ਆਦਮੀਆਂ ਤੇ ਔਰਤਾਂ ਨੂੰ ਮਿਲ ਕੇ ਕਰਨ। ਸੋ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਪੋਲੀਟਿਕਸ ਦੇ ਵਿੱਚ, ਜੇ ਆਪਾਂ ਓਵਰਆਲ ਨਜ਼ਰ ਮਾਰੀਏ ਤੁਹਾਡਾ ਨਜ਼ਰੀਆ ਕੀ ਹੈ? ਆਪਾਂ ਇਹ ਚਾਹੁੰਦੇ ਹਾਂ ਜੀ ਕਿ ਪੋਲਿਟਿਕਸ ਦੇ ਵਿੱਚ 50-50 ਜਿੰਨੀਆਂ ਵੀ ਸੀਟਸ ਨੇ, ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਖਾਸ ਕਰਕੇ ਫੈਡਰਲ ਇਲੈਕਸ਼ਨ ਆਉਣ ਵਾਲੀ ਹੈ, ਤੇ ਇਸ ਕਰਕੇ ਧਿਆਨ ਦੇਣਾ ਚਾਹੀਦਾ ਕਿ ਕਿਹੜੀ ਪਾਰਟੀ ਜਿਹੜੀ ਹੈ 50% ਔਰਤਾਂ ਦੀ ਰਿਪਰੈਜ਼ੈਂਟੇਸ਼ਨ ਕਰ ਰਹੀ ਹੈ ਕਿ ਨਹੀਂ। ਉਸ ਤੋਂ ਬਾਅਦ ਇਹ ਹੈ ਵੀ ਪ੍ਰੋਵਿੰਸ਼ੀਅਲ ਇਲੈਕਸ਼ਨਸ ਵੀ ਹੋਣੀਆਂ, ਮਿਊਨਿਸਪਲ ਇਲੈਕਸ਼ਨਸ ਵੀ ਹੋਣੀਆਂ। ਆਪਾਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਲੈਵਲ ਤੇ ਜਿੱਥੇ ਡਿਸੀਜਨ ਬਣਨੇ ਆ ਸਮਾਜ ਦੇ ਲਈ, ਜਿੱਥੇ ਸਾਡੇ ਬੱਚਿਆਂ ਦੇ ਲਈ ਡਿਸੀਜਨ ਬਣਨੇ ਆ, ਸਾਡੇ ਬੱਚਿਆਂ ਦੇ ਲਈ ਡਿਸੀਜਨ ਬਣਨੇ ਆ, ਆਪਾਂ ਇਹ ਚਾਹੀਏ ਸਾਰੇ ਪਰਿਵਾਰ ਰਲ ਕੇ ਕਿ 50-50% ਰਿਪਰੈਜ਼ੈਂਟੇਸ਼ਨ ਹੋਵੇ। ਜੇ ਤੁਹਾਨੂੰ ਮੈਂ ਦੱਸਾਂ ਕਿ ਔਰਤਾਂ 67% ਵੋਟ ਕਰਦੀਆਂ ਤੇ ਜਿਹੜੇ ਮਰਦ ਨੇ ਉਦੋਂ 2-3% ਘੱਟ ਵੋਟ ਕਰਦੇ ਆ, ਤੇ ਜੇ ਉਹ ਸਾਰੀਆਂ ਔਰਤਾਂ 67% ਜਿਹੜੀਆਂ ਵੋਟ ਕਰਨੋਂ ਹਟ ਜਾਣ ਜਾਂ ਕਿਸੇ ਇੱਕ ਪਾਸੇ ਕਰ ਲੈਣ, ਤੇ ਜਿਹੜੇ ਵੀ ਬੰਦੇ ਜਿੱਥੇ ਮਰਜ਼ੀ ਪੋਲੀਟੀਕਲ ਪਾਰਟੀ 'ਚ ਬੈਠੇ ਆ, ਉਹਨਾਂ ਨੂੰ ਹੀ ਪਤਾ ਲੱਗ ਜਾਣਾ ਕਿ ਜਿੱਦਣ ਔਰਤ ਨੇ ਇਹ ਕਰ ਲਿਆ ਨਾ ਕਿ ਸਾਡੇ ਡਿਸੀਜਨ ਜਿਹੜੀ ਵੀ ਪਾਰਟੀ ਬਿਹਤਰ ਸਾਡੇ ਲਈ ਰਿਪਰੈਜ਼ੈਂਟੇਸ਼ਨ ਕਰੂਗੀ, ਅਸੀਂ ਉਧਰ ਨੂੰ ਪਾਉਣਾ। ਤੇ ਤੁਸੀਂ ਇਹ ਸੋਚ ਸਕਦੇ ਹੋ ਕਿ ਸੱਤਾ ਕਿੱਦਾਂ ਔਰਤ ਫੈਲਾ ਸਕਦੀ ਹੈ ਜਾਂ ਬਦਲ ਸਕਦੀ ਹੈ। ਪਰ ਹਾਂ, ਜਿਹੜੀ ਤੁਸੀਂ ਗੱਲ ਕਹੀ ਹੈ ਇਸ ਨਾਲ ਹੋਰ ਕਈ ਸਵਾਲ ਖੜੇ ਹੋ ਜਾਣਗੇ। ਜੇ ਔਰਤਾਂ ਪੋਲੀਟਿਕਸ ਵਿੱਚੋਂ ਵੋਟ ਪਾਉਣ ਤੋਂ ਮਾਈਨਸ ਕਰ ਲੈਣਗੀਆਂ, ਫਿਰ ਤਾਂ ਉਹਨਾਂ ਦੀ ਪਸੰਦ ਦਾ, ਉਹਨਾਂ ਦੀ ਚਾਹਤ ਅਨੁਸਾਰ ਕੋਈ ਵੀ ਉਮੀਦਵਾਰ ਨਹੀਂ ਚੁਣਿਆ ਜਾਣਾ ਜਦੋਂ ਉਹਨਾਂ ਨੇ ਮਾਈਨਸ ਕਰਿਆ। ਤੁਹਾਨੂੰ ਯਾਦ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਇੱਕ ਸਿਆਸੀ ਪਾਰਟੀ ਨੇ ਬਾਈਕਾਟ ਕੀਤਾ ਸੀਗਾ ਤੇ 5% ਵੋਟਾਂ ਲੈ ਕੇ ਦੂਜੀ ਸਰਕਾਰ ਬਣ ਗਈ ਸੀਗੀ। ਜੀ ਤੇ ਉਹ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਉਦੋਂ ਉਠਾਉਣਾ ਪਿਆ। ਸੋ ਬਿਲਕੁਲ ਮੈਂ ਕਦੇ ਵੀ ਰეკਮੈਂਡ ਨਹੀਂ ਕਰਾਂਗੇ ਕਿ ਔਰਤ ਨੇ ਜਿਸਨੇ 100 ਸਾਲ ਕਹਿਣੇ ਸੌਖੇ 100 ਸਾਲ ਲੜ ਕੇ ਜੇਲਾਂ ਕੱਟੀਆਂ, ਕੁੱਟਾਂ ਖਾਧੀਆਂ, ਘਰੋਂ ਬਾਹਰੋਂ, ਪੋਲੀਟੀਕਲੀ ਉਹਨਾਂ ਨੇ ਸੋਸ਼ਲੀ ਔਰਤ ਨੂੰ ਬਦਨਾਮ ਕੀਤਾ, ਉਹਦੇ ਬੱਚੇ ਮਾਰਤੇ, ਉਹਨੂੰ ਖੋਲੇ, ਕੀ ਕੁਛ ਕੀਤਾ ਤਾਂ ਕਿਤੇ ਔਰਤ ਨੂੰ ਹੱਕ ਮਿਲੇ। ਸੋ ਮੈਂ ਕਦੇ ਨਹੀਂ ਕਹਾਂਗੀ ਕਿ VOTING ਦਾ ਹੱਕ ਨਾ ਲਓ, ਪਰ ਮੈਂ ਇਹ ਕਹਿੰਦੀ ਹਾਂ ਕਿ ਜੇ ਔਰਤਾਂ ਇੱਕ ਥਾਂ ਤੇ ਖੜੀਆਂ ਹੋ ਜਾਂਦੀਆਂ, ਤੇ ਖਾਸ ਕਰਕੇ ਸੁਹਿਰਦ ਮਰਦ ਵੀ ਉਸ ਪਾਰਟੀ ਵੱਲ ਖੜੇ ਹੋ ਜਾਣਗੇ ਜਿਹੜੀ ਪਾਰਟੀ ਔਰਤਾਂ ਨੂੰ ਇਕੁਅਲ ਰਿਪਰੈਜ਼ੈਂਟੇਸ਼ਨ ਦੇਊਗੀ, ਤਾਂ ਸੱਤਾ ਬਦਲ ਸਕਦੀ ਹੈ। ਹੁਣ ਆਪਾਂ ਭਾਰਤ ਦੀ ਵੀ ਨਾਲ ਦੀ ਨਾਲ ਗੱਲ ਕਰ ਲਈਏ, ਕਿਉਂਕਿ ਆਪਾਂ ਇਨ ਟੋਟੈਲਿਟੀ ਗੱਲ ਕਰ ਰਹੇ ਹਾਂ, ਤਾਂ ਅਸੀਂ ਵੇਖਦੇ ਹਾਂ ਕਿ ਭਾਰਤ ਦੇ ਵਿੱਚ ਰਿਜ਼ਰਵੇਸ਼ਨ ਹੈਗੀ ਹੈ। ਸੋ ਅਜਿਹੀ ਸਥਿਤੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਇੱਕ ਵੱਖਰੇ ਰਿਜ਼ਲਟਸ ਦੀ ਉਮੀਦ ਕਰ ਸਕਦੇ ਹਾਂ? ਬਿਲਕੁਲ ਸਹੀ ਗੱਲ ਕਿਹਾ ਤੁਸੀਂ। ਹੁਣ ਉੱਥੇ ਜਿਹੜੇ ਹੈ ਔਰਤਾਂ ਨੂੰ ਸਰਪੰਚ ਦੀ ਜਿਹੜੀ ਐਕਚੁਅਲੀ ਇਹਦੇ ਨਾਲੋਂ ਆਪਣੇ ਕੈਨੇਡਾ ਨਾਲੋਂ ਬੈਟਰ ਸਿਸਟਮ ਹੈ ਜਿੱਥੇ ਰਿਜ਼ਰਵ ਕੀਤਾ ਹੋਇਆ। ਪਰ ਗੱਲ ਇਹ ਹੈ, ਜਦੋਂ ਆਪਾਂ ਜਿਹੜਾ ਸਵਾਲ ਕਰ ਰਹੇ ਹਾਂ, ਆਪਾਂ ਇਹ ਕਹਿੰਦੇ ਹਾਂ ਵੀ ਕੇਪੇਬਲ ਮਰਦ ਤੇ ਕੇਪੇਬਲ ਔਰਤਾਂ, ਜਿਹੜੇ ਹੁਣ ਮਰਦ ਉੱਥੇ ਪੋਜੀਸ਼ਨ ਤੇ ਬੈਠੇ ਆ ਜਾਂ ਜਿਹੜੀਆਂ ਔਰਤਾਂ ਉੱਥੇ ਬੈਠੇ, ਜੇ ਉਹ ਆਪਣੇ ਭਾਈ ਭਰਾਵਾਂ ਦੇ ਸੁਣ ਕੇ ਹੀ ਆਪਣੀ ਲੀਡਰਸ਼ਿਪ ਕਰ ਰਹੀ ਹੈ, ਤਾਂ ਉਹ ਆਪਾਂ ਇਹੋ ਜਿਹੀ ਔਰਤ ਨੂੰ ਨਹੀਂ ਕਹਿ ਰਹੇ ਕਿ ਉਹ ਬਰਾਬਰ ਆਵੇ, ਉਹਨੂੰ ਨਹੀਂ ਕਹਿ ਰਹੇ ਕਿ ਉਸ ਔਰਤ ਨੂੰ, ਉਹੋ ਜਿਹੀ ਔਰਤ ਨੂੰ ਆਪਾਂ 50% ਲੈ ਕੇ ਆਉਣਾ, ਤੇ ਨਾ ਹੀ ਆਪਾਂ ਉਹਨਾਂ ਮਰਦਾਂ ਨੂੰ ਚਾਹੁੰਦੇ ਹਾਂ 70% ਜਾਂ 80% ਹੈ ਜਿਹੜੇ ਉੱਥੇ ਆ ਕੇ ਵੀ ਜੇ ਔਰਤ ਦੇ ਲਈ ਨਹੀਂ ਸਪੋਰਟ ਕਰ ਰਹੇ, ਦੈਨ ਉਹ ਵੀ ਇਨਕੇਪੇਬਲ ਮੈਨ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਉੱਥੇ ਰਿਜ਼ਰਵੇਸ਼ਨ ਹੈਗੀ ਹੈ ਤਾਂ ਉਹੀ ਔਰਤਾਂ ਇਨਕੇਪੇਬਲ ਨੇ, ਉਹ ਮਰਦ ਵੀ ਇਨਕੇਪੇਬਲ ਨੇ ਜਿਨ੍ਹਾਂ ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ ਹੋਇਆ। ਜੇ ਆਪਾਂ ਪੰਜਾਬ ਦੀ ਪੋਲਿਟਿਕਸ ਕਰਨੀ ਹੈ, ਜੇ ਆਪਾਂ ਇੰਡੀਆ ਦੀ ਪੋਲਿਟਿਕਸ ਕਰਦੇ ਹਾਂ, ਕਿੰਨੇ ਜੈਨੋਸਾਈਡ ਹੋ ਗਏ, ਮਰਦਾਂ ਨੇ ਉੱਥੇ ਕੀਤਾ। ਸੋ ਇਹਦਾ ਮਤਲਬ ਕੀ ਹੈ ਕਿ ਆਪਾਂ ਨੂੰ ਰਿਜ਼ਰਵੇਸ਼ਨ ਦੀ ਇਕੱਲੀ ਲੋੜ ਨਹੀਂ ਵੀ ਸਿਰਫ ਤੁਸੀਂ ਇੱਕ ਨੰਬਰ ਲਿਖ ਦਿਓ। ਭਾਵੇਂ ਕੈਨੇਡਾ ਤੇ ਭਾਵੇਂ ਅਮਰੀਕਾ ਤੇ ਭਾਵੇਂ ਇੰਡੀਆ, ਇੱਥੇ ਵੀ ਸਾਡੇ ਆਪਣੇ ਕਈ ਲੋਕ MP MLA ਬਣੇ ਆ। ਆਪਾਂ ਕਈ ਲੋਕ ਆਪਾਂ ਉਹਨੂੰ ਕਹਿੰਦੇ ਨੇ ਵੀ ਉਹਨਾਂ ਨੂੰ ਭੇਜਿਆਂ ਦੇ ਨਾ ਭੇਜਿਆਂ ਦਾ ਤਾਂ ਕੋਈ ਫਾਇਦਾ ਨਹੀਂ, ਸਮਾਂ ਕਿ ਨੁਕਸਾਨ ਹੋਇਆ, ਅਗਲਾ ਕਹਿੰਦਾ ਤੁਹਾਨੂੰ ਬੰਦਾ ਵੀ ਭੇਜਤਾ ਤੇ ਹੁਣ ਅਸੀਂ ਕੰਪਲੇਨ ਵੀ ਨਹੀਂ ਕਰ ਸਕਦੇ ਵੀ ਸਾਡੇ ਹੱਕ ਲਈ ਤਾਂ ਗੱਲ ਕੋਈ ਨਹੀਂ ਕੀਤੀ। ਸੋ ਆਪਾਂ ਇਹ ਨਹੀਂ ਕਹਿ ਰਹੇ ਕਿ ਸਿਰਫ ਤੁਸੀਂ 50% ਔਰਤਾਂ ਰੱਖ ਦਿਓ, ਆਪਾਂ ਇਹ ਕਹਿੰਦੇ ਆ ਕਿ ਕੇਪੇਬਲ ਮਰਦ ਤੇ ਕੇਪੇਬਲ ਔਰਤਾਂ ਜਿਹੜੀਆਂ ਸਹੀ ਮੁੱਦਿਆਂ ਤੇ ਖੜੇ ਹੋ ਕੇ ਸੱਤਾ ਦੇ ਵਿੱਚ ਤਾਂ ਉੱਥੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕਰ ਰਹੇ, ਕਿਉਂਕਿ ਉਹਨਾਂ ਨੇ ਕਮਿਊਨਿਟੀ ਸਰਵਿਸ ਕਰਨੀ ਹੈ, ਸਮਾਜ ਨੂੰ ਬਿਹਤਰ ਪਾਲਿਸੀਆਂ ਦੇਣ। ਮੀਰਾ ਗਿੱਲ ਦੇ ਨਾਲ ਬੜੀ ਦਿਲਚਸਪ ਗੱਲਬਾਤ ਚੱਲ ਰਹੀ ਹੈ। ਇਹ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਵਾਪਸ ਆਉਂਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਗੱਲਬਾਤ ਚੱਲ ਰਹੀ ਹੈ ਮੀਰਾ ਗਿੱਲ ਜੀ ਨਾਲ, ਅਤੇ ਅੱਜ ਦਾ ਸਾਡਾ ਵਿਸ਼ਾ ਹੈ ਔਰਤਾਂ ਅਤੇ ਸਿਆਸਤ। ਕਿਉਂ ਸਿਆਸਤ ਦੇ ਵਿੱਚ ਘੱਟ ਨੁਮਾਇੰਦਗੀ ਹੈ ਔਰਤਾਂ ਦੀ? ਇਸ ਵਿਸ਼ੇ ਨੂੰ ਲੈ ਕੇ ਵੱਖੋ ਵੱਖ ਪਹਿਲੂਆਂ 'ਤੇ ਗੱਲਬਾਤ ਕਰ ਰਹੇ ਹਾਂ। ਜੀ ਮੀਰਾ ਜੀ, ਅਸੀਂ ਕਮਰਸ਼ੀਅਲ ਬ੍ਰੇਕ ਤੋਂ ਪਹਿਲਾਂ ਜਦੋਂ ਵਿਚਾਰ ਚਰਚਾ ਕਰ ਰਹੇ ਸੀ, ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਸੀ ਕੈਪੇਬਲ ਔਰਤਾਂ ਦੇ ਬਾਰੇ।
ਸੋ ਗੱਲ ਉੱਥੋਂ ਹੀ ਸ਼ੁਰੂ ਕਰਦੇ ਹਾਂ। ਮੈਨੂੰ ਇਹ ਦੱਸੋ ਵੀ ਜਿਹੜੀਆਂ ਕੈਪੇਬਲ ਔਰਤਾਂ ਨੇ ਉਹ ਕਿੱਥੋਂ ਲੱਭੀਆਂ ਜਾ ਸਕਦੇ ਨੇ? ਤੁਸੀਂ ਕਿਵੇਂ ਡਿਫਾਈਨ ਕਰੋਗੇ? ਅੱਜ ਕੱਲ੍ਹ ਕੈਪੇਬਲ ਔਰਤਾਂ ਤਾਂ ਛੱਡੋ, ਕੈਪੇਬਲ ਮਰਦ ਨਹੀਂ ਲੱਭਦਾ, ਕੋਈ ਕੈਪੇਬਲ ਕੋਈ ਲੀਡਰ ਨਹੀਂ ਲੱਭਦਾ ਹੈਗਾ। ਹਰ 'ਚ ਕੋਈ ਨਾ ਕੋਈ ਤੁਸੀਂ ਫਰੋਲ ਕੇ ਦੇਖੋ, ਨੁਕਸ ਜ਼ਿਆਦਾ ਨੇ। ਇਸ ਬਾਰੇ ਦੱਸੋ। ਤੇ ਤੁਸੀਂ ਪਹਿਲੀ ਗੱਲ ਤਾਂ ਮੈਨੂੰ ਬੜਾ ਚੰਗਾ ਲੱਗਿਆ ਕਿ ਤੁਸੀਂ ਇਹ ਕਿਹਾ ਵੀ ਆਪਾਂ ਫਰੋਲ ਕੇ ਦੇਖੋ। ਸੋ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਪਾਂ ਕੇਪੇਬਲ ਲੋਕ ਲੱਭ ਰਹੇ ਹਾਂ, ਜ਼ਰੂਰੀ ਨਹੀਂ ਕਿ ਔਰਤਾਂ ਤੇ ਮਰਦ, ਕੇਪੇਬਲ ਲੋਕ ਲੱਭ ਰਹੇ। ਤੇ ਕੇਪੇਬਲ ਔਰਤਾਂ ਦੀ ਜਿਹੜੀ ਗੱਲ ਕਰਦੇ ਆ, ਮੈਂ ਇੱਕ ਰਾਈਡਿੰਗ ਦੇ ਵਿੱਚੋਂ ਮਿਨੀਮਮ ਜਿਹੜੀ ਸਾਡੇ BC ਦੇ ਵਿੱਚ ਹੁੰਦਾ, ਸ਼ਾਇਦ ਇਹ ਆਲ ਓਵਰ ਕੈਨੇਡਾ ਦਾ ਹੀ ਸਟੈਟ ਹੈਗਾ, ਘੱਟੋ ਘੱਟ 60,000 ਜਿਹੜਾ ਬੰਦਾ, 60,000 ਤੋਂ 1 ਲੱਖ ਤੱਕ ਇੱਕ ਰਾਈਡਿੰਗ ਦੇ ਨੇੜੇ ਤੇੜੇ ਬੰਦੇ ਹੁੰਦੇ ਹਨਾ, ਵੋਟਰਸ ਹੁੰਦੇ ਜਿਹੜੇ। ਤੇ ਤੁਸੀਂ ਇਹ ਜੇ ਤੁਸੀਂ ਆਪਾਂ ਉਹਦੇ ਵਿੱਚ ਥੋੜਾ ਜਿਹਾ ਲੁੱਕ ਆਊਟ ਕਰਦੇ ਹਾਂ, ਟੇਕ ਦੈਟ ਨੰਬਰ ਐਜ਼ ਅ ਗ੍ਰੇਨ ਆਫ ਸਾਲਟ, ਵੀ ਹੋ ਸਕਦਾ ਥੋੜਾ ਜਿਹਾ ਨੰਬਰ ਇੱਧਰ ਉੱਧਰ ਫਰਕ ਹੋ, ਪਰ ਜੇ ਆਪਾਂ ਉਸ ਤਰੀਕੇ ਦੇ ਨਾਲ ਵੀ ਚੱਲਦੇ ਹਾਂ ਤਾਂ 30,000 ਮਰਦ ਤੇ 30,000 ਔਰਤਾਂ, ਤੇ ਆਪਾਂ ਇਹ ਕਹੀਏ ਕਿ 30,000 ਔਰਤਾਂ ਚੋਂ ਇੱਕ ਔਰਤ ਵੀ ਇੱਕ ਰਾਈਡਿੰਗ ਦੇ ਵਿੱਚ ਕੇਪੇਬਲ ਨਹੀਂ ਹੈ। ਇਹ ਸਵਾਲ ਆਪਾਂ ਨੂੰ ਆਪਣੇ ਆਪ ਤੇ ਕਰਨਾ ਬਣਦਾ ਕਿ ਕੀ ਔਰਤ ਹੈ ਨਹੀਂ ਕੇਪੇਬਲ, ਕਿ ਜਾਂ ਆਪਾਂ ਕੇਪੇਬਲ ਔਰਤ ਨੂੰ ਰਾਹ ਨਹੀਂ ਦੇ ਰਹੇ, ਉਸ ਨੂੰ ਸਪੋਰਟ ਨਹੀਂ ਕਰ ਰਹੇ। ਪੋਲਿਟਿਕਸ ਦੇ ਵਿੱਚ ਮਰਦ ਤਾਂ ਕਿਵੇਂ ਅੱਗੇ ਰਹੇ ਹੈ ਹਮੇਸ਼ਾ ਤੋਂ, ਜਾਂ ਉਹਨਾਂ ਦਾ ਫੇਸ ਰਿਹਾ, ਉਹ ਇਸ ਕਰਕੇ ਕਿਉਂਕਿ ਔਰਤ ਨੇ ਪਿੱਛੇ ਘਰ ਦਾ ਸਾਰਾ ਕੁਝ ਸੰਭਾਲਿਆ। ਉਸਨੂੰ ਨਹੀਂ ਪੁੱਛਿਆ ਤੂੰ ਕਿੰਨੇ ਘੰਟੇ ਕਿਹੜੀ ਕੈਂਪੇਨਿੰਗ ਕਰਕੇ ਆਏ ਹੋ, ਤੁਸੀਂ ਕਿਹਦੇ ਨਾਲ ਚਾਹ ਪੀਤੀ, ਕਿਹਨੂੰ ਪੁੱਛਿਆ, ਕੀ ਕੀਤਾ, ਕਿਹੜੇ 4 ਬੰਦਿਆਂ ਨੂੰ ਨਾਲ ਲੈ ਕੇ ਤੁਸੀਂ ਉੱਥੇ ਵੋਟਾਂ ਪਵਾਈਆਂ ਜਿਸ ਵਕਤ। ਸੋ ਇਹਦਾ ਮਤਲਬ ਕੇਪੇਬਲ ਲੋਕਾਂ ਦੀ ਕਮੀ ਨਹੀਂ ਹੈ। ਇੱਕ ਤਾਂ ਇਹ ਹੈ ਵੀ ਆਪਾਂ ਬਿਹਤਰ ਫਰੋਲੀਏ, ਉਹਨਾਂ ਨੂੰ ਵੇਖੀਏ ਵੀ ਕਿਸ ਬੰਦੇ ਨੇ ਕਿੰਨਾ ਕੁ ਕੰਮ ਕੀਤਾ ਕਮਿਊਨਿਟੀ ਦਾ। ਪੋਲੀਟੀਸ਼ੀਅਨ ਬਣਨ ਦੇ ਲਈ ਆਪਾਂ ਕੀ ਕੁਆਲਿਟੀ ਲੱਭ ਰਹੇ ਹਾਂ? ਆਪਾਂ ਮਰਦਾਂ ਬਾਰੇ ਤਾਂ ਕਦੇ ਪੁੱਛਿਆ ਨਹੀਂ ਕਿ ਕੇਪੇਬਲ ਮਰਦ ਕੀ ਹੁੰਦਾ ਸਾਡੇ ਕੋਲੇ, ਹੈ ਨਾ, ਵੀ ਉਹਦੇ ਕੋਲ ਕੀ ਕੁਆਲੀਫਿਕੇਸ਼ਨ, ਕੀ ਪੜ੍ਹਾਈ ਚਾਹੀਦੀ ਹੈ, ਕੀ ਕਮਿਊਨਿਟੀ ਸਰਵਿਸ ਚਾਹੀਦੀ ਹੈ, ਕਿ ਉਹਨੇ ਹਿਸਟਰੀ ਬੜੀ ਵਧੀਆ ਪੜ੍ਹੀ ਹੋਵੇ, ਕਿ ਲੋਕਾਂ ਦੇ ਦੁੱਖ ਦਰਦ ਜਿਹੜੇ ਅਲੱਗ-ਅਲੱਗ ਸੈਗਮੈਂਟਸ ਨੇ, ਉਹਨੂੰ ਇੰਟਰਨੈਸ਼ਨਲ ਪੋਲਿਟਿਕਸ ਦਾ ਪਤਾ, ਟ੍ਰੇਡ ਕੀ ਹੈਗਾ ਉਹਨੂੰ ਕੀ ਪਤਾ, ਕਿਸ ਚੀਜ਼ ਦਾ এনवायरमेंट ਚੇਂਜ ਹੋ ਰਹੀ ਹੈ, ਉਹਦੇ ਵਿੱਚ ਕੀ ਪਾਲਿਸੀਜ਼ ਬਣ ਰਹੀਆਂ, ਤੇ ਆਪਾਂ ਨੂੰ ਕੀ। ਸੋ ਜੇ ਆਪਾਂ ਮਰਦ ਨੂੰ ਉਹ ਸਵਾਲ ਨਹੀਂ ਪੁੱਛ ਰਹੇ ਤਾਂ ਆਪਾਂ ਔਰਤ ਲਈ ਬਹੁਤ ਵੱਡਾ ਇੱਕ ਸਟਿਗਮਾ ਕ੍ਰੀਏਟ ਨਾ ਕਰੀਏ। ਬਹੁਤ ਕੇਪੇਬਲ ਔਰਤਾਂ ਆਪਣੇ ਸਮਾਜ ਵਿੱਚ ਨੇ, ਆਪਾਂ ਉਹਨਾਂ ਦੇ ਲਈ ਰਾਹ ਖੋਲ੍ਹਣਾ। ਤੁਸੀਂ ਸਰਕਾਰ ਦੇ ਵਿੱਚ 50% ਔਰਤਾਂ ਦੀ ਗੱਲ ਕੀਤੀ ਸੀ, ਇਸ ਵੇਲੇ ਕੀ ਪੋਜੀਸ਼ਨ ਹੈ ਤੁਹਾਡੇ ਨਜ਼ਰੀਏ 'ਚ? ਹਾਂਜੀ, ਸਰਕਾਰ ਦੱਸਦੇ ਆ ਵੀ ਅੱਜ ਜੇ ਆਪਾਂ ਪਾਰਲੀਮੈਂਟ ਦੀ ਗੱਲ ਕਰੀਏ, 70 ਤੋਂ ਵੱਧ % ਆਪਣੀ ਕੈਨੇਡੀਅਨ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਮਰਦ ਨੇ, ਤੇ 30% ਤੋਂ ਘੱਟ ਜਿਹੜੀਆਂ ਨੇ ਉਹ ਔਰਤਾਂ। ਤੇ ਰਿਐਲਿਟੀ ਇਹੀ ਹੈ ਕਿ ਜਦੋਂ ਆਪਾਂ ਈਵਨ ਪਬਲਿਕ ਸੈਕਟਰ ਦੇ ਵਿੱਚ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਗਵਰਨਮੈਂਟ ਜੌਬਸ ਨੇ ਜਿਹੜੀਆਂ ਨਾ, ਫੈਡਰਲ, ਪ੍ਰੋਵਿੰਸ਼ੀਅਲ ਜਾਂ ਮਿਊਨਿਸਪਲ ਜੌਬਸ ਨੇ, ਜਾਂ ਆਪਾਂ ਈਵਨ ਜੇ ਆਪਾਂ ਬੈਂਕਸ ਦੇ ਵਿੱਚ ਥੋੜਾ ਜਿਹਾ ਬੈਟਰ ਆ। ਜਦੋਂ ਜੇ ਆਪਾਂ ਪ੍ਰਾਈਵੇਟ ਸੈਕਟਰ 'ਚ ਜਾਂਦੇ ਆ ਨਾ, ਉਹਦੇ ਵਿੱਚ ਉਹਨਾਂ ਨੇ ਰੇਸ਼ਲਾਈਜ਼ਡ ਲੋਕ ਜ਼ਿਆਦਾ ਉੱਥੇ ਰਿਪਰੈਜ਼ੈਂਟ ਕੀਤੇ ਹੁੰਦੇ। ਤੁਹਾਨੂੰ ਪਤਾ ਵੀ ਉਹਨਾਂ ਨੇ ਜਿਹੋ ਜਿਹੇ ਲੋਕਾਂ ਨੇ ਪੈਸੇ ਡਿਪੋਜ਼ਿਟ ਕੱਢਣ ਆਉਣੇ ਆ ਤਾਂ ਉਹ ਬੈਟਰ ਸਰਵ ਕਰ ਲੈਂਦੇ ਕੁਇਕਲੀ। ਪਰ ਉਹਨਾਂ ਦੀ ਹਾਇਰ ਮੈਨੇਜਮੈਂਟ ਜੇ ਤੁਸੀਂ ਦੇਖੋਗੇ, ਹਜੇ ਵੀ ਉਹਦੇ ਉੱਤੇ ਜ਼ਿਆਦਾ ਵਾਈਟ ਮੈਨ ਜਿਹੜੇ ਨੇ ਉਹ ਲੀਡ ਕਰ ਰਹੇ ਆ। ਸੋ ਆਪਾਂ ਉਸ ਪੋਜੀਸ਼ਨ ਨੂੰ ਚੇਂਜ ਕਰਨ ਦੇ ਲਈ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਔਰਤ ਕੇਪੇਬਲ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ 1915 ਕਿ 16 ਦੇ ਵਿੱਚ ਮੈਨੀਟੋਬਾ ਦੇ ਵਿੱਚ 40,000 ਔਰਤਾਂ ਦੇ ਸਿਗਨੇਚਰ ਲੈ ਕੇ ਉਹਨਾਂ ਦੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉੱਥੇ ਜਾ ਕੇ ਔਰਤਾਂ ਪਹੁੰਚੀਆਂ। ਉਹਨਾਂ ਨੇ ਮੈਨੀਟੋਬਾ ਫਸਟ ਪ੍ਰੋਵਿੰਸ ਸੀ ਜਿਸਨੇ ਰਾਈਟ ਦਿੱਤਾ ਵੋਟ ਕਰਨ ਦਾ। ਤੁਸੀਂ 1915 ਦੇ ਵਿੱਚ ਇਹ ਸੋਚੋ ਕਿ ਕੀ 40,000 ਔਰਤਾਂ ਕਿੱਥੋਂ ਸਿਗਨੇਚਰ ਲਏ ਹੁਣ? ਕੀ ਉਹ ਕੇਪੇਬਲ ਸੀ ਕਿ ਕੀ ਨਹੀਂ ਸੀ? ਸੋ ਉਸ ਬਾਰੇ ਆਪਾਂ ਨੂੰ ਸਮਝਣਾ ਪੈਣਾ ਕਿ ਔਰਤ ਦੀ ਕੇਪੇਬਿਲਿਟੀ ਦੇ ਵਿੱਚ ਆਪਾਂ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ, ਤੇ ਪਰ ਉਹਦੀ ਰੈਪਰੈਜ਼ੈਂਟੇਸ਼ਨ ਜਿਹੜੀ ਹੈ ਉਸ ਦਾ ਆਪਾਂ ਨੂੰ ਬਿਲਕੁਲ ਆਬਵੀਅਸਲੀ ਦਿਸਦਾ। ਜਿੱਥੇ ਤੁਸੀਂ ਕਮਿਊਨਿਟੀ 'ਚ ਜਾਂਦੇ ਹੋ, ਤੁਸੀਂ ਕਿਤੇ ਕੰਮ ਕਰਦੇ ਹੋ, ਤੁਸੀਂ ਉਹਨਾਂ ਦੀ ਹਾਇਰ ਮੈਨੇਜਮੈਂਟ ਦੇਖਦੇ ਹੋ, ਕਿਹੜਾ ਬੰਦਾ ਤੁਹਾਡਾ ਰੇਡੀਓ ਸਟੇਸ਼ਨ ਜਾਂ TV ਸਟੇਸ਼ਨ ਕਰ ਰਿਹਾ ਹੈ, ਕਿਹੜੇ ਡਿਵੈਲਪਰ ਨੇ, ਕਿਹੜੇ ਬਿਲਡਰ ਨੇ, ਕਿੰਨਾਂ ਦੇ ਹੱਥ ਦੇ ਵਿੱਚ ਲੀਡਰਸ਼ਿਪ ਹੈ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ। ਉੱਥੋਂ ਆਪਾਂ ਨੂੰ ਸਭ ਨੂੰ ਆਪਣੇ ਐਕਸਪੀਰੀਅੰਸ ਤੋਂ ਪਤਾ ਲੱਗੇ। ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੇ ਇਲੈਕਟਡ ਮੈਂਬਰ ਨੇ, ਚਾਹੇ ਪਾਰਲੀਮੈਂਟ 'ਚ ਨੇ ਚਾਹੇ ਵਿਧਾਇਕ ਨੇ, 2 ਟਰਮਸ ਤੋਂ ਜ਼ਿਆਦਾ ਕਹਿੰਦੇ ਇਹਨਾਂ ਨੂੰ ਬਾਅਦ 'ਚ ਨਹੀਂ ਇਹਨਾਂ ਨੂੰ ਲੈਣਾ ਚਾਹੀਦਾ। 2 ਟਰਮ ਮੈਕਸਿਮ ਹੋਣੀਆਂ ਚਾਹੀਦੀਆਂ ਜੋ ਇਲੈਕਟਡ ਪਰਸਨ ਹੈ ਇਹਨਾਂ ਦੀ ਪੋਜੀਸ਼ਨ ਦੇ ਲਈ। ਤੁਹਾਡਾ ਕੀ ਨਜ਼ਰੀਆ ਹੈ ਇਸ ਦੇ ਬਾਰੇ? ਜੀ, ਆਪਾਂ ਆਵਰ ਗਲੋਬਲ ਵਿਲੇਜ ਵੱਲੋਂ ਜਿਹੜਾ ਇੱਕ 5 ਨੁਕਤੇ ਜਿਹੜੇ ਭੇਜੇ ਆ ਸਾਰੇ ਮੀਡੀਆ ਨੂੰ ਤੇ ਗਵਰਨਮੈਂਟ ਪਾਰਟੀਆਂ ਨੂੰ ਵੀ, ਅਸੀਂ ਉਹਨਾਂ ਨੂੰ ਕਿਹਾ ਵੀ 5 ਨੁਕਤਿਆਂ ਤੇ ਸਵਾਲ ਕਰੋ। ਉਹਦੇ ਵਿੱਚ ਜਿਹੜਾ 5ਵਾਂ ਸਵਾਲ ਆ ਉਹ ਇਸੇ ਗੱਲ ਤੇ ਆ ਕਿ ਅਸੀਂ ਇਹ ਸੋਚਦੇ ਹਾਂ ਕਿ ਜਦੋਂ ਤੁਸੀਂ 8 ਸਾਲ ਕਿਸੇ ਬੰਦੇ ਨੂੰ, ਕੈਨੇਡਾ ਦੀ ਜਿਹੜੀ ਪਾਰਲੀਮੈਂਟ ਹੈ, ਸਭ ਤੋਂ ਵੱਡਾ ਜਿਹੜਾ ਕਹਿੰਦੇ ਲਾਇਬ੍ਰੇਰੀ ਹੈ, ਸਭ ਤੋਂ ਵੱਡੀ ਯੂਨੀਵਰਸਿਟੀ, ਜਿੱਥੇ ਤੁਸੀਂ 8 ਸਾਲ ਬੈਠ ਕੇ ਸਿੱਖ ਰਹੇ ਹੋ ਪੋਲਿਟਿਕਸ ਨੂੰ, ਪਾਲਿਸੀਜ਼ ਨੂੰ ਸਿੱਖ ਰਹੇ ਹੋ, 8
8 ਸਾਲਾਂ ਤੋਂ ਬਾਅਦ ਕੋਈ ਵੀ ਬੰਦਾ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਉਹਦੇ ਕੋਲ ਕੁਝ ਬਚਦਾ ਨਹੀਂ ਹੁੰਦਾ ਵੀ ਐਕਸਟਰਾ ਵੀ ਹੁਣ ਮੈਂ ਕੁਝ ਹੋਰ ਦਿਆਂ। ਜਿੰਨਾ ਵੀ ਮੈਕਸਿਮਮ ਤੁਸੀਂ ਕੰਟਰੀਬਿਊਟ ਕਰਨਾ ਆਪਣੇ ਵਿਜ਼ਨ, ਆਪਣੀ ਪਲੈਨਿੰਗ, ਆਪਣੇ ਆਈਡੀਆਜ਼ ਨੂੰ 8 ਸਾਲਾਂ 'ਚ ਦੇ ਦਿੰਦੇ ਹੋ। 8 ਸਾਲਾਂ ਤੋਂ ਬਾਅਦ ਜੇ ਆਪਾਂ ਕਹੀ ਵੀ 4 ਸਾਲ ਹੋਰ ਦੇ ਦਿਓ, ਅਸੀਂ ਫੇਰ ਮਹਾਨ ਕੰਮ ਕਰਕੇ ਦਿਖਾਵਾਂਗੇ, ਫੇਰ ਆਈਡੀਆ ਜਿਹੜਾ ਰਹਿਣਾ ਸੀ ਉਹ ਦੱਸਾਂਗੇ। ਇਹ ਆਪਾਂ ਨੂੰ ਲੱਗਦਾ ਕਿ ਨਹੀਂ, 8 ਸਾਲ ਜਦੋਂ ਤੁਸੀਂ ਕਿਸੇ ਨੂੰ ਦਿੱਤੇ ਆ, 8 ਸਾਲਾਂ ਦੇ ਵਿੱਚ ਤੁਸੀਂ ਮੈਕਸਿਮਮ ਕੰਟਰੀਬਿਊਸ਼ਨ ਉਹਦੇ ਵਿੱਚ ਕਰੋ। 8 ਸਾਲਾਂ ਤੋਂ ਬਾਅਦ ਕਿਸੇ ਹੋਰ ਨੂੰ ਥਾਂ ਦਿਓ, ਕਿਉਂਕਿ ਜਿਹੜੀਆਂ ਵਿਨਿੰਗ ਸੀਟ ਤੇ ਜਿੱਥੇ ਬੰਦੇ ਬੈਠੇ ਆ, ਜੇ ਉਤਰਨਗੇ ਤਾਂ ਹੀ ਉਹਨਾਂ ਸੀਟਾਂ ਤੇ ਆਪਾਂ ਔਰਤਾਂ ਨੂੰ ਥਾਂ ਦੇਵਾਂਗੇ। ਕਨਕਲੂਡਿੰਗ ਸ਼ਬਦ 10 ਸੈਕਿੰਡਸ। ਹਾਂਜੀ, ਮੈਂ ਇਹ ਕਹੂੰਗੀ ਕਿ ਜਿਹੜੀ ਆਪਣੇ ਇੰਗਲੈਂਡ ਦੀ ਕੁਈਨ ਆ, ਉਹਨਾਂ ਦੇ 14 ਕਿ 15 ਸਾਲ ਜਿਹੜੇ ਦੇਸ਼ ਨੇ ਜਿਨ੍ਹਾਂ ਦੇ ਨੋਟਾਂ ਤੇ ਉਹਨਾਂ ਦੀ ਤਸਵੀਰ ਛਪਦੀ ਹੈ, ਤੇ ਜੇ ਉਹੋ ਜਿਹੀ ਔਰਤ ਜਿਸ ਦੇ ਲਈ ਤੁਸੀਂ ਜੇ ਉਸਨੂੰ ਸਿਰ ਨਿਵਾ ਸਕਦੇ ਹੋ, ਉਸਦੀ ਲੀਡਰਸ਼ਿਪ ਦੇ ਵਿੱਚ ਪੂਰੀ ਦੁਨੀਆ ਚੱਲ ਸਕਦੀ ਹੈ, ਤਾਂ ਆਪਾਂ ਇਹ ਰੀਅਲਾਈਜ਼ ਕਰੀਏ ਕਿ ਔਰਤਾਂ ਜਿਹੜੀਆਂ ਨੇ ਬਹੁਤ ਕੇਪੇਬਲ ਨੇ ਤੇ ਉਹਨਾਂ ਨੂੰ ਉੱਥੇ ਪਹੁੰਚਾਇਆ ਆਪਣੀ ਜਿਹੜੀ ਸਮਾਜ ਹੈ ਉਹ ਬਿਹਤਰ ਬਣੂਗਾ। ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਸਿੰਬੀਰਾ ਗਿੱਲ। ਸੋ ਇਸ ਨਾਲ TV ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਲੇਕਿਨ ਰੇਡੀਓ ਦਾ ਪ੍ਰੋਗਰਾਮ ਸਾਡੇ ਵੱਲੋਂ ਰਾਤੀ 10 ਵਜੇ ਤੱਕ ਜਾਰੀ ਰਹੇਗਾ।